No, Sachin. ਮਨ ਰੇ ਪ੍ਰਭ ਕੀ ਸ਼ਰਨ ਰਜਾਓ ਮਨ ਰੇ ਪ੍ਰਭ ਕੀ ਸ਼ਰਨ ਜਹ ਸਿਮਰਤ ਗਨ ਕਾਸੀ ਉਦਰੀ ਤਾਕੋ ਜਸੁਰ ਤਰੋ ਅਟਲ ਭਇ ਤੂੰ ਜਾਕੈ ਸਿਮਰਨ ਹਰਿ ਪੈ ਨਿਤ ਪਾਇਆ ਹਰਿ ਪੈ ਪਦ ਪਾਇਆ ਦੁਖ ਹਰਤਾਇ ਬਿਦ ਕੋ ਸੁਆਮੀ ਤਨ ਕਾਹੇ ਬਿਸਰਾਇਆ ਪ੍ਰਭ ਰੇ ਮਨ ਕੀ ਸ਼ਰਨ Thank you.
ਗਜ ਬਰਾਤੇ ਛੁਟਾ ਮਹਿਮਾ ਨਾਮ ਕਹਾਂ ਲੋ ਵਰਨੋ ਰਾਮ ਕਹਿਤ ਬੰਧਨ ਤੇ ਟੁਟਾ ਅਜਾ ਬਲ ਪਾਪੀ ਜਗ ਜਾਨੇ ਅਜਾ ਬਲ ਪਾਪੀ ਜਗ ਜਾਨੇ ਨਿਮਕ ਮਹੇ ਨਿਸਤਾਰਾ ਨਾਨਕ ਕਹਿਤ ਚੇਤ ਚਿੰਤਾ ਮਨ ਨਾਨਕ ਕਹਿਤ ਚੇਤ ਚਿੰਤਾ ਮਨ ਤੈ ਵੀ ਉਤਰੈ ਪਰ ਮਨ ਰੇ ਪ੍ਰਭ ਕੀ ਸ਼ਰਨ ਜੁਗੋ ਜੁਗ ਅਟਲ ਚਵਲ ਸ਼ਤਲ ਤਖਤ ਦੇ ਮਾਲਕ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਦਾ ਸਦਕਾ ਪਿਛਲੇ ਦਿਨਾਂ ਤੋਂ ਲੈ ਕੇ ਭਾਈ ਸਾਹਿਬ ਜੀ ਸਰਦਾਰ ਰਣਵੀਰ ਸਿੰਘ ਜੀ ਉਰਫ ਕਾਕਾ ਸਿੰਘ ਸਮੂਹ ਪਰਿਵਾਰ ਵੱਲੋਂ ਗਰੀਬ ਨਵਾਜ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਦਾ ਆਪਣਾ ਸਿਰ ਚੁੱਕਿਆ ਆਪਣੀ ਬੱਚੀ ਦੇ ਵਿਆਹ ਨੂੰ ਮੁੱਖ ਰੱਖਦਿਆਂ ਪਾਠੀ ਸਿੰਘਾਂ ਵੱਲੋਂ ਬਾਣੀ ਪੜ੍ਹੀ ਗਈ ਹੈ। ਪਰਿਵਾਰ ਵੱਲੋਂ ਸੇਵਾ ਕੀਤੀ ਗਈ। ਇਸ ਟਾਈਮ ਸਹਿਜ ਪਾਠਾਂ ਦੀ ਸਮਾਪਤੀ ਹੋਈ ਹੈ। ਆਦਿ ਤੋਂ ਮੱਧ ਸੰਪੂਰਨਤਾ ਉਪਰੰਤ ਗੁਰੂ ਮਹਾਰਾਜ ਦੇ ਦਰਬਾਰ ਵਿੱਚ ਗੁਰੂ ਕਾ ਹਰ ਜਸ ਕੀਰਤਨ ਸਾਰੀ ਸਮਾਪਤੀ ਸਮੇਂ ਨਾਲ ਕਰ ਦਿੱਤੀ ਜਾਣੀ ਹੈ। ਆਓ ਜਿੰਨਾ ਵੀ ਆਪਣੇ ਕੋਲ ਸਮਾਂ ਹੈ ਮਨ ਨੀਤੀਆਂ ਕਾਦਰ ਕਰੀਏ, ਭੱਜੇ ਹੋਏ ਮਨ ਨੂੰ ਹਾਜ਼ਰ ਕਰੀਏ, ਗੁਰੂ ਮਹਾਰਾਜ ਦਾ ਧਰੀਏ ਧਿਆਨ, ਪਰਮੇਸ਼ਰ ਦੀ ਗੱਲ ਕਰ ਸਕੀਏ। ਕਿਉਂਕਿ ਇਸ ਸੰਸਾਰ ਵਿੱਚ ਜਿੱਥੇ ਸਾਰੇ ਸੰਸਾਰ ਦੇ ਅਸੀਂ ਕੰਮ ਕਰਦੇ ਕਾਰੋਬਾਰ ਵਿਹਾਰ ਆਪਣੇ ਫਰਜ਼ ਪੂਰੇ ਕਰਦੇ ਹਾਂ, ਉੱਥੇ ਸਾਡੇ ਜੀਵਨ ਦਾ ਇੱਕ ਹਿੱਸਾ ਹੈ ਪਰਮੇਸ਼ਰ ਨੂੰ, ਭਗਵਾਨ ਨੂੰ, ਵਾਹਿਗੁਰੂ ਜੀ ਨੂੰ, ਰਾਮ ਨੂੰ, ਨਾਰਾਇਣ ਨੂੰ ਯਾਦ ਕਰਨਾ। ਇਹ ਵੀ ਸਾਡਾ ਇੱਕ ਹਿੱਸਾ ਹੈ ਜੀਵਨ ਦਾ। ਪਰਮੇਸ਼ਰ ਦੇ ਨਾਮ ਬਿਨਾਂ ਸੰਸਾਰ ਵਿੱਚ ਸਾਡਾ ਜਿਹੜਾ ਜੀਵਨ ਹੈ ਉਹ ਸਫਲ ਨਹੀਂ ਹੋਣਾ। ਉਹ ਕਿਸੇ ਵੀ ਢੰਗ ਨਾਲ ਕਹੀਏ, ਭਾਵੇਂ ਜੀਵਨ ਨੂੰ ਸਫਲ ਕਰਨ ਵਾਸਤੇ, ਆਪਣੇ ਕਾਰਜਾਂ ਨੂੰ ਸਫਲ ਕਰਨ ਵਾਸਤੇ, ਕੋਈ ਵੀ ਕਾਰਜ ਹੈ ਆਪਣੇ ਘਰ ਵਿੱਚ ਅਸੀਂ ਘਰ ਵਿੱਚ ਪ੍ਰੋਗਰਾਮ ਕਰਦੇ ਹਾਂ, ਉਹ ਕਾਰਜ ਵੀ ਸਫਲ ਵਾਹਿਗੁਰੂ ਦੇ, ਪਰਮੇਸ਼ਰ ਦੇ, ਰਾਮ ਦੇ ਨਾਮ ਨਾਲ ਹੀ ਹੁੰਦੇ ਹਨ। ਕਿਉਂਕਿ ਜਿੱਥੇ ਪਰਮੇਸ਼ਰ ਅੰਗ ਸੰਗ ਸਹਾਈ ਆਪ ਹੁੰਦਾ ਹੈ, ਉਹ ਸਾਰੇ ਕਾਰਜ ਸਫਲ ਹੁੰਦੇ ਹਨ। ਇਸ ਕਰਕੇ ਆਪਾਂ ਮਨੋਰੀਤੀਆਂ ਕਾਦਰ ਕਰਕੇ, ਭੱਜੇ ਹੋਏ ਮਨ ਨੂੰ ਹਾਜ਼ਰ ਕਰਕੇ, ਗੁਰੂ ਮਹਾਰਾਜ ਦੇ ਚਰਨਾਂ ਵਿੱਚ ਹਾਜ਼ਰ ਕਰਕੇ ਉਸ ਵਾਹਿਗੁਰੂ ਜੀ ਦੇ ਭਜਨ ਦੀ ਗੱਲ ਕਰ
ਰੱਖੀਏ। ਭਜਨ ਬਿਨਾ ਜੀਵਨ ਵੀ ਅਧੂਰਾ ਹੈ, ਭਜਨ ਤੋਂ ਬਿਨਾ ਸਾਡੇ ਕੰਮ ਵੀ ਅਧੂਰੇ ਹਨ। ਭਜਨ ਨਾਲ ਹੀ ਸਾਰੇ ਕਾਰਜਾਂ ਦੀ ਸਫਲਤਾ ਹੁੰਦੀ ਹੈ। ਇਸੇ ਕਰਕੇ ਗੁਰੂ ਮਹਾਰਾਜ ਦੀ ਬਾਣੀ ਪੜ੍ਹੀ ਗਈ ਹੈ। ਬਾਣੀ ਬਹੁਤ ਵੱਡਾ ਪ੍ਰਤਾਪ ਹੈ ਗੁਰਬਾਣੀ ਵਿੱਚ। ਗੁਰਬਾਣੀ ਦੇ ਵਿੱਚ ਬੜੀਆਂ ਬਖਸ਼ਿਸ਼ਾਂ ਨੇ, ਤਾਕਤਾਂ ਨੇ, ਜਿਸ ਵਿੱਚ ਸਾਰੇ ਧਰਮਾਂ ਦੀ ਬਾਤ ਹੈ। ਇੱਥੇ ਰਾਮ ਦਾ ਸੁਨੇਹਾ ਹੈ, ਪਰਮੇਸ਼ਰ ਦਾ ਸੁਨੇਹਾ ਹੈ, ਵਾਹਿਗੁਰੂ ਦਾ ਸੁਨੇਹਾ ਹੈ। ਕੋਈ ਨਾਰਾਇਣ ਕਹਿੰਦਾ ਹੈ, ਕੋਈ ਰਾਮ ਕਹਿੰਦਾ ਹੈ, ਕੋਈ ਗੋਪਾਲ ਆਖਦਾ ਹੈ, ਕੋਈ ਭਗਵਾਨ ਆਖਦਾ ਹੈ। ਸੁਨੇਹਾ ਰੱਬ ਨਾਲ ਜੁੜਨ ਦਾ, ਆਪਣੇ ਜੀਵਨ ਨੂੰ ਸਫਲ ਕਰਨ ਦਾ ਹੈ। ਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ, ਭਾਈ ਕਲਯੁਗ ਦਾ ਸਮਾਂ ਹੈ। ਕਲਯੁਗ ਦੇ ਸਮੇਂ ਦੇ ਵਿੱਚ ਕੇਵਲ ਤੋਂ ਕੇਵਲ ਇੱਕ ਪਰਮੇਸ਼ਰ ਭਗਵਾਨ ਦਾ ਨਾਮ ਹੀ ਹੈ ਜਿਹੜਾ ਸਾਰੇ ਕਾਰਜਾਂ ਦੀ ਸਫਲਤਾ ਹੈ। ਇਸ ਕਰਕੇ ਵੱਡੇ ਮਹਾਂਪੁਰਸ਼ ਸੰਤ ਬਾਬਾ ਈਸਰ ਸਿੰਘ ਜੀ ਰਾੜਾ ਸਾਹਿਬ ਮਹਾਂਪੁਰਸ਼, ਜਿਨ੍ਹਾਂ ਨੇ ਅਤੀ ਸਦੀ ਕਥਾ ਕੀਰਤਨ ਦੇ ਦੁਆਰਾ ਸਾਰੀ ਦੁਨੀਆ ਨੂੰ ਰੱਬ ਨਾਲ ਜੋੜਿਆ। ਆਓ ਉਹ ਮਹਾਂਪੁਰਖ ਧਾਰਨਾ ਪੜ੍ਹਦੇ ਸੀ, ਆਪਾਂ ਵੀ ਪੜ੍ਹੀਏ ਪਿਆਰ ਨਾਲ। ਨਾਲੇ ਇਹ ਧਾਰਨਾ, ਇਹ ਵੀ ਰੱਬ ਦਾ ਨਾਮ ਹੈ। ਨਾਲ ਨਾਲ ਆਪਾਂ ਵਿਚਾਰ ਕਰਾਂਗੇ, ਪਰਮੇਸ਼ਰ ਬਿਨਾਂ ਅਸੀਂ ਅਧੂਰੇ ਨੇ। ਅਬ ਕਲ ਚੁਕੇ ਆਇਓ ਰੇ, ਇੱਕ ਨਾਮ ਵੀਰ ਗੁਰੂ। ਭਗਵਾਨ ਦੇ ਨਾਮ ਬਿਨਾ ਸੰਸਾਰ ਵਿੱਚ ਜੀਵਨ ਵੀ, ਕਾਰੋ ਵਿਹਾਰ ਵੀ ਸਾਰੇ ਅਧੂਰੇ ਨੇ। ਕਿਉਂਕਿ ਇਹਦਾ ਦ੍ਰਿਸ਼ਟਾਂਤ ਕਲਯੁਗ ਆਉਣ ਤੋਂ ਪਹਿਲਾਂ ਵੀ ਸਤਿਗੁਰੂ ਜੀ ਨੇ, ਭਗਵਾਨ ਕ੍ਰਿਸ਼ਨ ਜੀ ਨੇ ਪੰਜੇ ਭਰਾ ਪਾਂਡਵਾਂ ਨੂੰ ਵੀ ਦੇ ਦਿੱਤਾ ਸੀਗਾ। ਪੰਜ ਭਰਾ ਪਾਂਡਵ ਜੀ ਹੋਏ। ਦੁਆਪਰ ਯੁੱਗ ਚੱਲ ਰਿਹਾ। ਦੁਆਪਰ ਯੁੱਗ ਦੇ ਵਿੱਚ ਜਦੋਂ ਪੰਜੇ ਭਰਾ ਪਾਂਡਵ ਸਮਾਧੀ ਵਿੱਚ ਬਹਿੰਦੇ ਨੇ, ਸਿਮਰਨ ਕਰਦੇ ਨੇ, ਪਰਮੇਸ਼ਰ ਨੂੰ ਯਾਦ ਕਰਦੇ ਨੇ, ਪਰਮੇਸ਼ਰ ਨੂੰ ਯਾਦ ਕਰਦੇ ਆ, ਕੁਝ ਸੁਰਤੀ ਵਿਰਤੀ ਦੇ ਖਿਆਲ
जाल जुड़ नहीं रही। भगवान जी को चले गए, बेनती की भगवान जी अज मन टिक नहीं रहा, सुती नहीं लग रही भजन करने। कई भगवान जी कहते दृष्टांत आ रहे हैं, हुण युग बदलेगा। माण सरोवरां ते रहिंदे ने, माणक मोती हीरे जवाहरात उन्हां दा धन है। ये दृष्टांत देखिए, समाधि विच बैठिया कलयुग दे लक्षण अगे ही देखिया। दूजे भरा ने, एक हाथी है, हाथी दियां दो सुंडां ने, सुंड ने जिहड़े वो दो, हाथी के दो सुंड नहीं होंदे, एक हुंदा है। ये भी वखरा दृष्टांत देखिए। तीजा की देख रहा है, एक खूह है, एक होर खूह है, तीन खूह ने। एक विचकार वाले खूह नूं छड्ड के जिहड़े लांघा वाले साइडां वाले खूह ने, एक दूजे चों पानी निकलदा है ते दूजे च पी जांदा है। जिहड़ा विचकार है विचाले है सुके गसेगा। ये दृष्टांत देख रहे हैं। पंजाब वखरे वखरे ढंग नाल आए, पंजे भरा इकट्ठे होए ने, भगवान जी नूं जाके बेनती कीती, भगवान जी अज समाधि विच बैठे आ, समाधि लगी है तो कौतुक वखरे वखरे दिखे। पहला भी दसिया सी युग बदलेगा। एक जाने ने की देखा, बहुत बड़ा उच्चा पहाड़ है, बहुत बड़ी चोटी ऊंची है, एक उतों पत्थर रुड़िया आ रहा है, पत्थर रुड़िया आ रहा है। जिहड़ी चीज पत्थर दे अगे आउंदी है सब नूं खत्म कर दिंदा है, मलिया वेट करदा, तोड़दा भंनदा आ रहा है। अगे थल्ले आके एक जगह ते रुक गया। जदों रुकिया, किस चीज नाल रुक गया? एक घाह की थड़ है, घाह। जदों रुक गया, घाह नाल ही रुक गया। जदों रोड़दा आउंदा वड्डे वड्डे दरख्तां नूं रोड़दा आउंदा। दृष्टांत कैसा देख रहे हैं। भगवान कृष्ण जी कोल गए, सारी वार्ता दसी। महाराज आप जो समाधि विच बैठे हैं लिखिया है, द्वापर युग बदलना है, कलयुग आउणा है, कहते ऐसा ही होएगा। अर्थ करके दसने कीते। कहते पहला हंस है, हंस कीड़े खा रहे हैं, पर कीड़े खाते नहीं हंस, उन्होंने खाने होंगे। हाँ, कलयुग विच लोग ऐसे होणगे, हंसा वर्गे होणगे, हंसा वर्गे बिरतियां कीड़े मकोड़े खाना वाले होणगियां। जिहड़ियां बिरतियां होणगियां, धर्मी बंदे भी हंसा वर्गे होणगे, बिरतियां बदल जाणगियां, उन्हां दीयां सुरतियां मन बदल जाणगे। निक्के निक्के कीड़ियां ते डुल्लिया करनगे बिरतियां, कीड़े मकोड़े दुनिया को इस तरह खाएंगे। ये कलयुग में होएगा, सब कुछ हो रहा है। अगे महाराज ये देख रहे हैं, एक हाथी है, दो सुंडा भी। हाँ, कहते इस तरह ही होएगा। चारे पासों बस जिथों जो कुछ मिलता छकी चलो, जो कुछ मिलता छकी चलो। भावें वो धर्मी है, भावें पुन्नी है, भावें पापी है, भावें धार्मिक स्थान है, जो कुछ जिथों मिलता सारा कुछ ही पूंजी जाया करेंगे। कलयुग के लक्षण दो सुंडा लग जाएगियां, अपना भी बगाना भी पराया भी सब कुछ रल गए। कि कलयुग अगे की हो रहा है? अगे महाराज मैं देख रहा हाँ, एक खूह एक नूं छड्ड के तीजी जगह पानी एक दूजे दे विच पै गया। हाँ, भगवान जी कहणगे इस तरह ही होएगा। अपने छड्ड के, भरावां नूं छड्ड के तीजी जगह जाके मित्रता ही होगी, प्यारा में फर्क पै जाता। फिर महाराज एक चीज ऐसी देखी, सारा कुछ रोड़ी आ रहा है पत्थर, पर जो रुक गया एक घाह की थड़ नाल। कहते कलयुग ऐसा ही होएगा। कलयुग दे विच बहुत कलयुग की हनेरी आएगी, पापां की हनेरी, पखंड की हनेरी,
ਗਰੀਬ ਗਰਾਉ ਦੀ ਰਾਖੀ ਮੁੱਕ ਜਾਏਗੀ। ਬਹੁਤ ਐਸੀ ਨੇਰੀ ਹੈ, ਉਹ ਹਨੇਰੀ ਨੂੰ ਠੱਲ ਪਾਉਣ ਵਾਸਤੇ, ਉਹ ਹਨੇਰੀ ਨੂੰ ਰੋਕਣ ਵਾਸਤੇ, ਭਾਵ ਆਪਾਂ ਨੂੰ ਖਤਮ ਕਰਨ ਵਾਸਤੇ ਇੱਕ ਜਿਵੇਂ ਘਾਹ ਦੀ ਤਿੜ ਨਾਲ ਵੱਡਾ ਪੱਥਰ ਰੁਕ ਗਿਆ। ਕਲਯੁਗ ਦੇ ਵਿੱਚ ਇੱਕ ਪਰਮੇਸ਼ਰ ਦਾ ਨਾਮ ਹੋਏਗਾ, ਨਾਮ ਜਪਿਆ ਸਾਰੀ ਚੀਜ਼ਾਂ ਨੂੰ ਖਤਮ ਕਰਕੇ ਰੱਖ ਦੇਗਾ। ਕਲਯੁਗ ਤਾਂ ਆਪਣੀ ਹਨੇਰੀ ਲੈ ਕੇ ਆਏਗਾ। ਇੱਕ ਭਜਨ ਹੋਏਗਾ ਪਰਮੇਸ਼ਰ ਦਾ, ਜਿਹੜਾ ਇਸ ਤਰ੍ਹਾਂ ਅੱਗੇ ਲੱਗ ਕੇ ਖੜ ਜਾਊਗਾ, ਪੱਥਰ ਨੂੰ ਵੀ, ਵੱਡੇ ਵੱਡੇ ਪੱਥਰ ਨੂੰ ਵੀ ਭਜਨ ਦਾ ਰੋਕ ਦੇ। ਇਸੇ ਕਰਕੇ ਆਖਿਆ ਭਾਈ, ਉਹ ਹਰੀ ਨਾਮ ਬੀਜ ਹਰੀ ਪਰਮੇਸ਼ਰ ਦਾ ਨਾਮ ਜਿੰਨਾ ਜਪਿਆ ਜਾਏਗਾ, ਵੇਖਿਆ ਜਾਏਗਾ, ਇਹੀ ਸਫਲ ਹੋਣਾ ਹੈ। ਸਾਰੇ ਜੀਵਨ ਵਿੱਚ ਵੀ ਕੋਈ ਵੀ ਕਾਰਜ ਕਰਦੇ ਆ, ਉਸ ਕਾਰਜ ਦੇ ਵਿੱਚ ਮਹਾਰਾਜ ਨੇ ਕਥਾਵਾਂ ਬੜੀਆਂ ਸੋਹਣੀਆਂ ਪੰਗਤੀਆਂ ਸਾਨੂੰ ਸਮਝਾਉਣ ਵਾਸਤੇ ਲਿਖਿਆ ਹੈ। ਮਹਾਰਾਜ ਕਹਿੰਦੇ ਸਿਮਰਤ, ਸ਼ਾਸਤਰ, ਵੇਦ, ਉਕਾਰਨ, ਪੋਥੀਆਂ। ਪਹਿਲੀ ਗੱਲ ਕੀਤੀ ਸਿਮਰਤ, ਸਿਮਰਤੀਆਂ, 27 ਸਿਮਰਤੀਆਂ, ਸਿਮਰਤ, ਫਿਰ ਸ਼ਾਸਤਰ, 6 ਸ਼ਾਸਤਰ, ਸਿਮਰਤ, ਸ਼ਾਸਤਰ, ਵੇਦ। ਫਿਰ ਗੁਰੂ ਮਹਾਰਾਜ ਕਹਿੰਦੇ ਵੇਦ, 4 ਵੇਦ, 27 ਸਿਮਰਤੀਆਂ, 6 ਸ਼ਾਸਤਰ, 4 ਵੇਦ, ਉਕਾਰਨ, ਪੋਥੀਆਂ। ਹੁਣ ਮਹਾਰਾਜ ਕਹਿੰਦੇ ਸੁਣ ਲਓ, ਕਹਿੰਦੇ ਇੱਕ ਤਾਂ 27 ਸਿਮਰਤੀਆਂ ਦਾ ਗਿਆਨ, ਇੱਕ 6 ਸ਼ਾਸਤਰਾਂ ਦਾ ਗਿਆਨ, ਅੱਗੇ 4 ਵੇਦਾਂ ਦਾ ਗਿਆਨ ਤੇ ਧਾਰਮਿਕ ਪੋਥੀਆਂ ਦਾ ਗਿਆਨ। ਕੀ ਕਹਿ ਰਿਹਾ ਗਿਆਨ? ਉਹਨਾਂ ਦਾ ਨਿਚੋੜ, ਉਹਨਾਂ ਦਾ ਸਿਧਾਂਤ ਕੀ ਕਹਿ ਰਿਹਾ ਹੈ? ਸਿਮਰਤ, ਸ਼ਾਸਤਰ, ਵੇਦ, ਉਕਾਰਨ, ਪੋਥੀਆਂ। ਪਕਾਰ ਦਾ ਬੇਨਤੀ ਕਹੋ, ਪਕਾਰ ਅਰਦਾਸ ਕਹੋ, ਪਕਾਰਨ ਪੋਥੀਆਂ। ਪਕਾਰ ਪਕਾਰ ਕੇ ਕਹਿ ਰਹੀਆਂ ਨੇ, ਗਿਆਨ ਦੇ ਦੇ ਕੇ ਕਹਿ ਰਹੀਆਂ ਨੇ, ਨਾਮ ਬਿਨਾ ਸਭ ਕੂੜ ਗਾਲੀ ਹੋਸੀਆਂ। ਮਹਾਰਾਜ ਕਹਿੰਦੇ ਸਿਮਰਤੀਆਂ ਦਾ, ਸ਼ਾਸਤਰਾਂ ਦਾ, ਵੇਦਾਂ ਦਾ, ਧਾਰਮਿਕ ਪੋਥੀਆਂ ਦਾ ਗਿਆਨ ਹੈ। ਉਹ ਕਹਿ ਰਹੇ ਨੇ ਨਾਮ ਬਿਨਾ ਸਭ ਕੂੜ। ਨਾਮ ਤੋਂ ਬਿਨਾ, ਪਰਮੇਸ਼ਰ ਦੇ ਭਜਨ ਤੋਂ ਬਿਨਾ ਸਭ ਕੂੜ ਗਾਲੀ ਹੋਛੀਆਂ। ਮਹਾਰਾਜ ਕਹਿੰਦੇ ਬਾਕੀ ਦੀਆਂ ਜਿੰਨੀਆਂ ਵੀ ਗੱਲਾਂ ਨੇ ਨਾ, ਸਭ ਹੋਛੀਆਂ ਨੇ, ਸਭ ਖੱਜਲ ਖਵਾਰ ਕਰਨ ਵਾਲੀਆਂ ਨੇ। ਖੱਜਲ ਖਵਾਰ। ਇਹ ਗਿਆਨ ਕਿਹਦਾ? ਵੇਦਾਂ ਦਾ, ਸ਼ਾਸਤਰਾਂ ਦਾ, ਸਿਮਰਤੀਆਂ ਦਾ, ਧਾਰਮਿਕ ਪੋਥੀਆਂ ਦਾ, ਗੁਰੂ ਗ੍ਰੰਥ ਸਾਹਿਬ ਜੀ ਦਾ। ਇਹ ਸਾਨੂੰ ਗਿਆਨ ਦਿੱਤਾ ਹੈ। ਬੜਾ ਆ ਗੱਲ ਸੁਣਨੀ, ਜਿਨ੍ਹਾਂ ਤੱਕ ਮੰਨਦੇ ਨਹੀਂ ਨਾ ਗੱਲ ਨੂੰ,
ਉਹਨਾਂ ਤੱਕ ਕੁਛ ਨਹੀਂ ਮਿਲਣਾ। ਗੁਰੂ ਗ੍ਰੰਥ ਸਾਹਿਬ ਵਿੱਚ ਹੋਰ ਪੰਕਤੀਆਂ ਆਉਂਦੀਆਂ ਨੇ, ਮਹਾਰਾਜ ਜੀ ਸਿਧਾਂਤ ਦੱਸਦੇ ਨੇ, ਗੁਰਸਿੱਖੋ ਸਾਰੇ ਪਿਆਰੇ ਸੁਣੋ। ਮਹਾਰਾਜ ਕਹਿੰਦੇ ਨੇ ਸਤਿਗੁਰੂ ਨੂੰ ਸਭ ਕੋ ਵੇਖ। ਆਪਣੇ ਆਪਣੇ ਗੁਰੂ ਨੂੰ ਸੰਸਾਰ ਦੇਖਦਾ ਹੈ, ਦੁਨੀਆ ਦਰਸ਼ਨ ਕਰਦੀ ਹੈ। ਕੋਈ ਭਗਵਾਨ ਜੀ ਦੇ ਰੂਪ ਵਿੱਚ, ਕੋਈ ਸ਼ਾਮ ਜੀ ਦੇ ਰੂਪ ਵਿੱਚ, ਕੋਈ ਨਾਰਾਇਣ ਜੀ ਦੇ ਰੂਪ ਵਿੱਚ, ਵੱਖਰੇ ਵੱਖਰੇ ਹਿਸਾਬ ਨਾਲ, ਕੋਈ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ, ਕੋਈ ਗੁਰਦੁਆਰਾ ਸਾਹਿਬ ਦੇ ਰੂਪ ਵਿੱਚ, ਕੋਈ ਮੰਦਰ, ਕੋਈ ਮਸਜਿਦ, ਆਪਣੇ ਆਪਣੇ। ਪਰ ਕਹਿੰਦੇ ਸਤਿਗੁਰ ਨੂੰ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ। ਜੇਤਾ ਜਗਤ ਸੰਸਾਰ, ਜਿੰਨਾ ਜਗਤ ਹੈ ਸਾਰਾ ਸੰਸਾਰ ਦੇਖਦਾ ਹੈ। ਅਗਲੀ ਪੰਕਤੀ ਵਿੱਚ ਕੀ ਹੈ? ਮਹਾਰਾਜ ਕਹਿੰਦੇ ਡਿਠਿਆ ਮੁਕਤ ਨਾ ਹੋਵੇ। ਕਹਿੰਦੇ ਦੇਖੀ ਚੱਲ, ਦੇਖੀ ਚੱਲ, ਡਿਠਿਆ ਮੁਕਤ ਨਾ ਹੋਈ। ਕੱਲੇ ਦੇਖਣ ਨਾਲ ਮੁਕਤੀ ਪ੍ਰਾਪਤ ਨਹੀਂ ਹੁੰਦੀ। ਦੇਖੀ ਚੱਲ ਤਰ ਜਾਵੇ, ਬਖਸ਼ੀ ਜਾਵੇ ਤੇ ਪਾਪ ਮੁੱਕ ਜਾਣ। ਕੀ ਤਰੀਕਾ ਹੈ? ਤੋਤਾ ਦੇ ਦਿੱਤਾ। ਲੰਬੀਆਂ ਨੇ ਕਥਾਵਾਂ ਤਾਂ। ਤੋਤੇ ਨੂੰ ਆਖਿਆ ਇਹਨੂੰ ਨਾਰਾਇਣ ਕਹਿ ਕੇ ਆਵਾਜ਼ ਮਾਰ, ਨਾਰਾਇਣ 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 ਸ਼ਬਦ ਕਰੀਏ ਤੋੜ ਕੇ, ਐੜਾ ਵਿਚਾਲੇ ਸੰਧੀ ਕਰਕੇ ਨਾਰਾਇਣ। ਮੁਰਐਣ ਦੈਤਾਂ ਨੂੰ ਨਾਸ਼ ਕਰਨ ਵਾਲਾ ਜਿਹੜਾ ਪਰਮੇਸ਼ਰ ਹੈ, ਨਾਰਾਇਣ ਨਰਾਂ ਨਰਾਂ ਦੇ ਵਿੱਚ ਹਰ ਜਗ੍ਹਾ ਤੇ। ਮਹਾਰਾਜ ਕਹਿੰਦੇ ਜਹ ਸਿਮਰਤ ਗਣਕਾ ਸੀ ਉਦਰੀ। ਕਿਵੇਂ ਉਤਰੀ ਸੀ? ਤਾਰੀ ਕਿਵੇਂ ਸੀ? ਨਾਰਾਇਣ ਕਹਿਣਾ, ਨਾਰਾਇਣ ਨਾਰਾਇਣ। ਇਸ ਤਰ੍ਹਾਂ ਪੜੋ ਇੱਕ ਵਾਰੀ। ਕੋਈ ਅੱਲਾ ਅੱਲਾ ਕਹਿ ਕੇ ਵਾਜਾ ਮਾਰਦਾ, ਕੋਈ ਰਾਮ ਕੋਈ ਨਾਰਾਇਣ ਆਵਾਜ਼ ਮਾਰਦਾ। ਜਹ ਸਿਮਰਤ ਗਣਕਾ ਸੀ ਉਦਰੀ, ਤਾਂ ਕੋ ਜਸ ਉਰ ਧਾਰੋ। ਕਿਹਦਾ ਜਸ ਕਰਿਆ? ਨਾਰਾਇਣ ਕਹਿਣਾ, ਨਾਰਾਇਣ। ਰਾਤ ਦਾ ਵਕਤ ਹੈ, ਸੌਂਗੇ, ਤੋਤਾ ਪਿੰਜਰੇ ਵਿੱਚ ਬੰਦ ਹੈ, ਅੰਮ੍ਰਿਤ ਵੇਲਾ ਹੋਇਆ ਭੁੱਖਿਆ। ਤੋਤੇ ਨੂੰ ਸੱਪ ਲੜ ਗਿਆ, ਤੋਤਾ ਮਰ ਗਿਆ। ਜਦੋਂ ਗਣਕਾ ਨੇ ਦੇਖਿਆ ਵੀ ਤੋਤਾ ਬੋਲ ਨਹੀਂ ਰਿਹਾ, ਨਾਰਾਇਣ ਕਹੇ ਤੇ ਆਵਾਜ਼ ਮਾਰੀ, ਬੋਲਿਆ ਜੀ। ਹਨੇਰਾ ਜਿਹਾ, ਹਨੇਰੇ ਦੇ ਵਿੱਚ ਹੱਥ ਪਿੰਜਰੇ ਵਿੱਚ ਕੀਤਾ ਕਿ ਤੋਤਾ ਕਿੱਥੇ ਹੈ? ਉਸ ਪਿੰਜਰੇ ਵਿੱਚ ਅੱਗੇ ਸੱਪ ਬੈਠਾ ਹੈ। ਉਹੀ ਸੱਪ ਗਣਕਾ ਕਹਿ ਕੀ ਰਹੀ ਸੀ? ਨਾਰਾਇਣ 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 ਨਾਰਾਇਣ। ਕਹਿੰਦਿਆਂ ਕਹਿੰਦਿਆਂ ਦੀ ਮੌਤ ਹੋ ਗਈ। ਰੱਬ ਯਾਦ ਆ ਗਿਆ ਮਰਨ ਵੇਲੇ, ਮਰਦਿਆਂ ਨਾਰਾਇਣ ਯਾਦ ਆ ਗਿਆ। ਜਿਹਨੂੰ ਮਰਦਿਆਂ ਨਾਰਾਇਣ ਯਾਦ ਆ ਗਏ, ਫਿਰ ਕੌਣ ਹੈ ਸੰਸਾਰ ਦੀ ਐਸੀ ਤਾਕਤ ਵੀ ਉਹਦੇ ਵੱਲ ਕੋਈ ਜਮਾਂ ਦੀ ਫੰਦੀ ਪੈ ਜਾਵੇ, ਕੋਈ ਜਮਜੋਤ ਉਹਦੇ ਵੱਲ ਦੇਖ ਲਵੇ? ਨਹੀਂ ਦੇਖਿਆ ਜਾਂਦਾ। ਜੇ ਕੋਈ ਨਾਰਾਇਣ ਕਹਿੰਦਾ, ਰੱਬ ਕਹਿੰਦਾ, ਵਾਹਿਗੁਰੂ ਕਹਿੰਦਾ, ਰਾਮ ਕਹਿੰਦਾ ਮਰ ਜਾਵੇ, ਮਹਾਰਾਜ ਗਵਾਹੀ ਦਿੰਦੇ ਨੇ ਉਹਦੇ ਵੱਲ ਕੋਈ ਨਹੀਂ ਦੇਖੂ। ਨਾ ਤੂੰ ਨਾ ਤੂੰ ਨਹਿ ਛੁੱਟਾ ਨਿਕਟ ਨਾ ਜਾਇਓ। ਮਹਾਰਾਜ ਕਹਿੰਦੇ ਦੋਤੋ ਗੱਲ ਸੁਣ ਲਿਓ, ਜਿਹੜਾ ਨਾਰਾਇਣ ਕਹਿ ਕੇ, ਵਾਹਿਗੁਰੂ ਕਹਿ ਕੇ ਇੱਥੋਂ ਜਾਂਦਾ ਉਹਦੇ ਵੱਲ ਦੇਖਿਓ ਵੀ ਨਾ। ਸੋ ਗੱਲ ਕਰ ਰਹੇ ਸੀਗੇ
जह सिमरत गणका सिर दरी तापुर जस पुरता। मारे कहते तीने तारे नारायण दे सिमर ने अगे हो भी छोटे प्रदान करते ने अटल भयो ध्रुव जाकै सिमरन अर निरभै पद पाया। ध्रुव कैसी पदवी दे प्राप्ति दे होए किथे पहुंच गए सी। आख्या सी न माता किस उद्यम ते राज है। दो रानियां से उतान पद राजे दियां, उतान पद राजे दियां रानियां, एक मतरेई मां हो गई, एक मां। अखर कहानियां कथावां लंबियां महिला विचों बाहर कढ़ दिता। मां नूं पुछया माता तू रानी है या सुहानी है, तू गोली है या रानी है। मां ने आख्या ध्रुव पुत मैं है तो रानी है तेरे पिता दी उतान पद राजे दी, पर मैं भजन नहीं कर सकी, सिमरन नहीं कर सकी। सिमरन तो ही नहीं करके राज पुछ गया, राज चला गया भजन तो बिना। फिर ध्रुव ने आख्या किस उद्यम ते राज मिले। माता फिर मैनू दस भी अपना राज आपां नूं किस तरह मिल सकदा, किहड़ा उद्यम उपराला करा जिहदे नाल राज मिल जाए। अटल भयो ध्रुव जाकै सिमरन सिमरन अर निरभै पद। सिमरन एक ऐसा निरभै भै तो रहत जिहड़ी पदवी एक दो पदवी विच भै नहीं मिलदा ओहदा सिमरन करन ते ऐसी पदवी मिल जाएगी। ध्रुव दा कैसा फिर प्रताप संसार विच नारायण जी भी आ गया। नारायण ने आख्या तू कहां चला है। भजन करने वास्ते जंगलों में चलिया, रोहियां को चलिया। नारायण वाहिगुरू नूं याद कर तेनों हुणी राज दे दिंदे। अजे तां ध्रुव ने आख्या मैं तप करने वास्ते तुरिया, नारायण जी भगवान जी आ गए ने, किथे नूं चले जदों करांगा फिर बंदगी का किड्डा प्रताप हो। सो कहण तो भाव सिमरन तो बिना भजन बिना कुछ नहीं। दुख हरता यह बिंद को स्वामी तै काहे ओ मना क्यों विसर गया। ये वाहिगुरू भगवान को क्यों वसारी बैठा है। इनू याद कर, इहदे बिना कोई भी कारज सफल नहीं होता। जब ही शरण गही कृपा निध गज ग्राह ते छूटा। गज नाम हाथी, ग्राह ते छूटा। बहुत लंबी वार्तावां ने। एक बारी एक हाथी किसी दरिया के कंढे ते जाके पानी पीन लग्या। ऐरापत हाथी ना आया, हाथियों का राजा कंढे ते पानी पीन लग्या। अपना पैर कंढे पानी के कोल रखिया, तदूए ने लत्तां नूं जाल पा लिया। तदूए भाई गुरदास जी ने एक बड़ी बार लिखी है सोहनी इस गल की। भाई गुरदास जी ने चार गल्लां उत्थे कीतियां ने। सवाल विच एक द्रौपदी की गल की है कि जिहड़ा राजा किवें राज करदा, द्रौपदी की गल की, एक हाथी की गल की। सो शब्द की विचार कर रहे हैं। मारे कहते तदूए ने हाथी दियां लत्तां नूं जाल पा लिया, हुण खिंचिया नहीं जा रहा। पानी पी के वापस मुड़न की सलाह कर रहा है, मुड़िया नहीं जा रहा क्योंकि लत्तां नूं जाल पा लिया। फिर होया कि उसे दरिया के पानी के विच एक कमल का फुल रुड़िया आ रहा सी। उस कमल के फुल नूं हाथी ने अपनी सुंड नाल चक लिया, उन्होंने भेटा बना लिया। भेटा हे भगवान जी, ऐ परमेश्वर जी, आ मेरी भेटा कोल करो, मेरे तो इथों छड़ाओ, मैनू मैं फस गया। आ मेरी भेटा कमल का फुल लैके भेटा प्रवान करो तो मैनू छड़ाओ। जब ही शरण गही कृपा नित गज ग्राह ते छूटा। वो भेटा कमल के फुल नूं भेटा बना के परमेश्वर के अगे बेनती जोधड़ी की, गज ग्राह छूटा। हाथी नूं छुड़ना पै गया, हाथी नूं छुड़ा लिया। किवें जदों भगवान दे अगे अपनी भेटा फुल बना के रख जदों याद कीता, महिमा नाम कहां लो वर्णो राम कहत बंधन ते टूटा। अजामल पापी जागत लास्ट समाप्ति, फिर आप समाप्ति करांगे। समाप्ति अजामल पापी जग जाना निमुख माहे निस्तारा। अजामल पापी जग जाना, पाप बहुत काम, बहुत पाप
ਹਜ਼ਾਰਾਂ ਪਾਪੀ ਨੂੰ ਵੀ ਫਿਰ ਪਰਮੇਸ਼ਰ ਦਾ ਨਾਮ ਜਪਾ ਕੇ ਰਾਮ ਰਾਮ ਕਹਿ ਕੇ ਉਹਦਾ ਵੀ ਭਲਾ ਕਰਾ। ਸੋ ਸ਼ਬਦ ਵਿੱਚ ਗੁਰੂ ਮਹਾਰਾਜ ਨੇ ਦੱਸਿਆ ਵੀ ਪਰਮੇਸ਼ਰ ਦੇ ਨਾਮ ਜਿਹੜਾ ਕਲਯੁਗ ਦੇ ਵਿੱਚ ਕੋਈ ਵੀ ਬੇੜਾ ਪਾਰ ਨਹੀਂ ਹੁੰਦਾ ਹੈ। ਜਦੋਂ ਆਪਾਂ ਆਪਣੇ ਮਾਲਕ ਨੂੰ, ਖਸਮ ਨੂੰ, ਆਪਣੇ ਇਸ਼ਟ ਨੂੰ, ਨਾਰਾਇਣ ਨੂੰ, ਗੌੜ ਨੂੰ ਯਾਦ ਕਰਾਂਗੇ ਤਾਂ ਫਿਰ ਜਿੱਥੇ ਉਹਨੂੰ ਯਾਦ ਕਰਦੇ ਆ ਉੱਥੇ ਉਸ ਗੌੜ ਦੀ ਗਵਾਹੀ ਹੋ ਜਾਂਦੀ ਹੈ। ਗਵਾਹੀ ਫਿਰ ਰੱਬ ਦੀ ਗਵਾਹੀ ਹੋ ਜਾਂਦੀ ਹੈ ਤੇ ਫਿਰ ਸਾਰੇ ਕੰਮ ਰਾਸ ਹੋ ਜਾਂਦੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਦਾ ਕੋਟ ਆਸਰਾ ਤੱਕਦੇ ਆ ਸਰਦਾਰ ਰਣਵੀਰ ਸਿੰਘ ਜੀ, ਸਮੂਹ ਪਰਿਵਾਰ, ਉਹਨਾਂ ਦੀ ਬੇਟੀ ਦਾ ਵਿਆਹ ਦਾ ਕਾਰਜ ਹੈ। ਵਿਆਹ ਦੇ ਕਾਰਜਾਂ ਵਾਸਤੇ ਸਤਿਗੁਰੂ ਜੀ ਦੇ ਚਰਨਾਂ ਦਾ ਅਰਦਾਸ ਕਰਾਂਗੇ। ਮਹਾਰਾਜ ਕਿਰਪਾ ਕਰਾਂਗੇ, ਅਰਦਾਸ ਕਰਾਂਗੇ, ਮਹਾਰਾਜ ਕਿਰਪਾ ਕਰਨਗੇ। ਸਾਰੇ ਕਾਰਜਾਂ ਦੇ ਸਤਿਗੁਰੂ ਆਪ ਗਵਾਹੀ ਕਰਨਗੇ ਤੇ ਸਫਲ ਕਰਨਗੇ।